Hello students, today we are talk about our grammar topic and that is the tense। तो सबसे पहले ये पता करेंगे कि टेंस ਹੁੰਦਾ ਕੀ है। सो टेंस इज ए डिवीजन ऑफ टाइम, समय की डिवीजन जो की गई है उसको हम टेंस कह सकते हैं। यानी कि हमने किस टेंस को कितने भाग में डिवाइड कर लिया है, कितनी कैटेगरी में रख लिया है। तो सबसे पहले हमारे पास आता है प्रेजेंट टेंस, आता है देन पास्ट टेंस, देन फ्यूचर टाइम रेफरेंस। ठीक है, तीन कैटेगरी में हमने अपने टेंस को डिवाइड किया हुआ है, टाइम को डिवाइड किया हुआ है। और आगे ये जो हैं इनको हमने फर्दर डिवीजन जो की हुई है, फोर सब डिवीजन में कह सकते हैं डिवाइड किया हुआ है, जिनमें क्या क्या कैटेगरी बनती है। अगर वो प्रेजेंट टेंस का है तो उसमें फोर कैटेगरीज आएंगी, अगर पास्ट टेंस का है उसमें फोर कैटेगरीज आएंगी, अगर फ्यूचर टाइम रेफरेंस का है तो उसमें फोर कैटेगरीज आएंगी। तो क्या क्या उनकी टाइप्स आगे आती हैं। सबसे पहले आता है सिंपल, जिसको हम इनडेफिनिट भी कहते हैं। फिर आता है कंटिन्यूस, फिर आता है परफेक्ट, और फिर कैटेगरी आती है परफेक्ट कंटिन्यूस की। ठीक है, तो चार चार कैटेगरी जैसे इन्होंने डिवाइड किया हुआ है। और इस करके की बन जाता है कि टोटल किया जाए प्रेसां का तो फ्यूचर टाइम के सेंटेंसां का, तो साढ़े को किन्ने बनते हैं 12 तरह के ਵੱਖ-ਵੱਖ तरह के सेंटेंस ਜਿਹੜੇ ਉਹ बन जाते हैं। सो अगे की है, देयर आर सम सर्टन रूल्स टू डिफाइन द ईच टाइप ऑफ टेंस। हर टेंस ਨੂੰ ਦੱਸਣ ਵਾਸਤੇ ਅੱਗੇ ਰੱਖਣ ਵਾਸਤੇ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਰੂਲਸ ਜਿਹੜੇ ਉਹ ਬਣੇ ਹੋਏ ਹਨ। ਆ ਵੇਖਦੇ ਹਾਂ ਕਿਹੜੇ ਕਿਹੜੇ ਰੂਲ ਹੈਗੇ ਨੇ। ਸੋ ਪ੍ਰੈਜ਼ੈਂਟ ਟੈਂਸ ਦੀ ਜੇ ਗੱਲ ਕੀਤੀ ਜਾਵੇ ਤਾਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈ ਸਿੰਪਲ ਦਾ, ਇਹ ਕੰਟੀਨਿਊਸ ਵਾਸਤੇ ਹੈ, ਆ ਪਰਫੈਕਟ ਵਾਸਤੇ ਆ ਪਰਫੈਕਟ ਕੰਟੀਨਿਊਸ ਵਾਸਤੇ ਹੈ। ਸਿੰਪਲ ਦੀ ਕੈਟੇਗਰੀ ਵਿੱਚ ਸਾਡੇ ਕੋਲ ਰੂਲ ਹੈਗਾ ਐਸ ਜਾਂ ਈਐਸ ਜਿਹੜਾ ਹੈਗਾ ਵਰਬ ਦੀ ਫਾਰਮ ਦੇ ਨਾਲ ਲਗਾਇਆ ਜਾਂਦਾ ਹੈ। ਕੰਟੀਨਿਊਸ ਦੇ ਵਿੱਚ ਇਜ਼, ਐਮ, ਆਰ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਲਾਈ ਜਾਂਦੀ ਹੈ। ਪਰਫੈਕਟ ਦੇ ਵਿੱਚ ਹੈਜ਼, ਹੈਵ ਦੇ ਨਾਲ ਵਰਬ ਦੀ ਥਰਡ ਫਾਰਮ ਜਿਹੜੀ ਉਹ ਲਗਾਈ ਜਾਂਦੀ ਹੈ। ਪਰਫੈਕਟ ਕੰਟੀਨਿਊਸ ਦੇ ਵਿੱਚ ਹੈਜ਼, ਹੈਵ ਦੇ ਨਾਲ ਬੀਨ ਵਰਡ ਲਗਾਇਆ ਜਾਂਦਾ ਹੈ ਵਰਬ ਦੀ ਫਸਟ ਫਾਰਮ ਤੇ ਨਾਲ ਦੋ ਸ਼ਬਦ ਸਾਡੇ ਕੋਲ ਹੁੰਦੇ ਨੇ ਸਿੰਸ ਤੇ ਫॉर। ਜੇ ਸਮਾਂ ਨਿਸ਼ਚਿਤ ਹੈ ਤਾਂ ਸਿੰਸ ਲੱਗੇਗਾ, ਜੇ ਸਮਾਂ ਅਨਿਸ਼ਚਿਤ ਹੈ ਤਾਂ ਫॉर ਲੱਗੇਗਾ। ਠੀਕ ਹੈ, ਤੇ ਨਾਲ ਦੀ ਨਾਲ ਇਸ ਕੈਟੇਗਰੀ ਅਗਲੀ ਵੇਖਾਂਗੇ ਪਾਸਟ ਟੈਂਸ ਦੀ। ਇਹਦੇ ਵਿੱਚ ਸਿੰਪਲ ਦੇ ਨਾਲ ਕੀ ਹੋਏਗਾ, ਵਰਬ ਦੀ ਸੈਕੰਡ ਫਾਰਮ ਦਾ ਇਸਤੇਮਾਲ ਕੀਤਾ ਜਾਵੇਗਾ। ਕੰਟੀਨਿਊਸ ਦੇ ਵਿੱਚ ਵਾਸ ਵਰਬ ਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਲੱਗਾ ਹੋਏਗਾ। ਪਰਫੈਕਟ ਦੇ ਵਿੱਚ ਸਾਡੇ ਕੋਲ ਹੈਡ ਆਏਗਾ, ਵਰਬ ਆਈਐਨਜੀ ਫਾਰਮ ਨਾਲ ਆਏਗਾ, ਸਿੰਸ ਤੇ ਫॉर ਦਾ ਇਸਤੇਮਾਲ ਫਿਰ ਕੀਤਾ ਹੋਏਗਾ ਨਾਲ। ਸਮਾਂ ਨਿਸ਼ਚਿਤ ਹੈ ਤਾਂ ਸਿੰਸ, ਜੇ ਸਮਾਂ ਅਨਿਸ਼ਚਿਤ ਹੈ ਤਾਂ ਫॉर ਦਾ ਇਸਤੇਮਾਲ ਹੋਏਗਾ। ਤੀਜੀ ਕੈਟੇਗਰੀ ਫਿਊਚਰ ਟਾਈਮ ਰੈਫਰੈਂਸ ਦੀ, ਉਹਦੇ ਵਿੱਚ ਕੀ ਆਏਗਾ, ਜੇ ਸਿੰਪਲ ਹੈਗਾ ਤਾਂ ਵਿਲ ਤੇ ਸ਼ੈਲ ਲੱਗਾ ਹੋਏਗਾ ਤਾਂ ਵਰਬ ਦੀ ਪਹਿਲੀ ਫਾਰਮ ਹੋਏਗੀ। ਕੰਟੀਨਿਊਸ ਹੈਗਾ ਵਿਲ ਸ਼ੈਲ ਦੇ ਨਾਲ ਬੀ ਵਰਡ ਇਸਤੇਮਾਲ ਹੋਏਗਾ, ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਲੱਗੇਗਾ। ਪਰਫੈਕਟ ਹੈਗਾ ਵਿਲ ਤੇ ਸ਼ੈਲ ਇਸਤੇਮਾਲ ਹੋਏਗਾ, ਹੈਵ ਲੱਗੇਗਾ ਤੇ ਵਰਬ ਦੀ ਥਰਡ ਫਾਰਮ ਲੱਗੇਗੀ। ਪਰਫੈਕਟ ਕੰਟੀਨਿਊਸ ਵਿੱਚ ਹੈਗਾ ਹੈ ਵਿਲ ਤੇ ਸ਼ੈਲ ਦੇ ਨਾਲ ਹੈਵ ਪਲਸ ਬੀ ਲੱਗੇਗਾ, ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ, ਸਿੰਸ ਤੇ ਫॉर ਦਾ ਇਸਤੇਮਾਲ ਕੀਤਾ ਜਾਵੇਗਾ। ਠੀਕ ਹੈ, ਸੋ ਅੱਗੇ ਨਾਲ ਹੀ ਵੇਖ ਲੈਂਦੇ ਹਾਂ ਕਿ ਜਦੋਂ ਇੰਟੈਰੋਗੇਟਿਵ ਜਦੋਂ ਆਪਾਂ ਬਣਾਉਣੇ ਹਨ, ਇੰਟੈਰੋਗੇਟਿਵ ਸੈਂਟੈਂਸ ਵਿੱਚ ਕੀ ਕੀਤਾ ਜਾਂਦਾ ਹੈ। ਪਹਿਲਾ ਸਾਡੇ ਕੋਲ ਹੈਗਾ ਸੀ ਪ੍ਰੈਜ਼ੈਂਟ ਟੈਂਸ। ਇਹਦੇ ਵਿੱਚ ਜੇ ਆਪਾਂ ਇੰਟੈਰੋਗੇਟਿਵ ਬਣਾਉਣਾ ਹੈ ਤਾਂ ਸਾਡੇ ਕੋਲ ਹੈਲਪਿੰਗ ਵਰਬ ਹੈਗੇ ਨੇ ਡੂ ਤੇ ਡਸ। ਡੂ ਤੇ ਡਸ ਨੂੰ ਬਾਹਰ ਲੈ ਕੇ ਆਵਾਂਗੇ ਤੇ ਸਾਡਾ ਇੰਟੈਰੋਗੇਟਿਵ ਕੁਐਸਚਨ ਜਿਹੜਾ ਹੈ ਉਹ ਬਣ ਜਾਏਗਾ, ਇੰਟੈਰੋਗੇਟਿਵ ਸੈਂਟੈਂਸ ਬਣ ਜਾਏਗਾ। ਕੰਟੀਨਿਊਸ ਦਾ ਹੋਏਗਾ ਇਜ਼, ਐਮ ਤੇ ਆਰ ਵਰਗੇ ਹੈਲਪਿੰਗ ਵਰਬ ਬਾਹਰ ਲੈ ਕੇ ਆਵਾਂਗੇ ਤੇ ਸਾਡਾ ਬਣ ਜਾਏਗਾ। ਪਰਫੈਕਟ ਦਾ ਹੋਏਗਾ ਹੈਜ਼ ਤੇ ਹੈਵ ਬਾਹਰ ਲੈ ਕੇ ਆਵਾਂਗੇ, ਇੰਟੈਰੋਗੇਟਿਵ ਕੁਐਸਚਨ ਦਾ ਸੈਂਟੈਂਸ ਬਣ ਜਾਏਗਾ। ਪਰਫੈਕਟ ਕੰਟੀਨਿਊਸ ਦੇ ਵਿੱਚ ਆਪਾਂ ਹੈਜ਼ ਤੇ ਹੈਵ ਨੂੰ ਬਾਹਰ ਲੈ ਕੇ ਆਵਾਂਗੇ, ਸਬਜੈਕਟ ਲਗਾਵਾਂਗੇ, ਫਿਰ ਬੀਨ ਵਰਡ ਲਗਾ ਦਾਂਗੇ, ਫਿਰ ਸਾਡਾ ਜਿਹੜਾ ਇੰਟੈਰੋਗੇਟਿਵ ਕੁਐਸਚਨ ਜਿਹੜਾ ਹੈ ਉਹ ਸੈਂਟੈਂਸ ਬਣ ਜਾਏਗਾ। ਇਸੇ ਤਰ੍ਹਾਂ ਹੀ ਪਾਸਟ ਟੈਂਸ ਵਿੱਚ ਕਿਹੜੇ ਕਿਹੜੇ ਹੈਲਪਿੰਗ ਵਰਬ ਸਾਨੂੰ ਦਿੱਤੇ ਗਏ ਨੇ। ਜੇ ਸਿੰਪਲ ਪਾਸਟ ਦਾ ਹੈਗਾ ਤਾਂ ਡਿਡ ਦੇ ਨਾਲ ਬਣੇਗਾ, ਡਿਡ ਲੱਗ ਜਾਂਦਾ ਹੈ ਤਾਂ ਫਿਰ ਵਰਬ ਦੀ ਸੈਕੰਡ ਫਾਰਮ ਨਹੀਂ ਰਹੇਗੀ, ਵਰਬ ਦੀ ਪਹਿਲੀ ਫਾਰਮ ਹੋ ਜਾਏਗੀ। ਵਾਸ ਤੇ ਵਰ ਇਹਨਾਂ ਦੋਵਾਂ ਨੂੰ ਬਾਹਰ ਲੈ ਕੇ ਆਵਾਂਗੇ ਤੇ ਫਿਰ ਆਪਾਂ ਸੈਂਟੈਂਸ ਇੰਟੈਰੋਗੇਟਿਵ ਬਣਾ ਸਕਦੇ ਹਾਂ। ਪਰਫੈਕਟ ਵਿੱਚ ਹੈਗਾ ਹੈ ਤੇ ਹੈਡ ਨੂੰ ਬਾਹਰ ਲੈ ਕੇ ਆਵਾਂਗੇ, ਫਿਰ ਆਪਾਂ ਸੈਂਟੈਂਸ ਜਿਹੜਾ ਹੈਗਾ ਬਣਾ ਸਕਦੇ ਹਾਂ ਇੰਟੈਰੋਗੇਟਿਵ ਵਿੱਚ। ਤੇ ਪਰਫੈਕਟ ਕੰਟੀਨਿਊਸ ਦੇ ਵਿੱਚ ਕੀ ਕਰਾਂਗੇ, ਹੈਡ ਜਿਹੜੇ ਕੋ ਵਰਡ ਦਿੱਤਾ ਗਿਆ ਉਸ ਨੂੰ ਬਾਹਰ ਲਿਆਵਾਂਗੇ, ਸਬਜੈਕਟ ਲਗਾਵਾਂਗੇ, ਫਿਰ ਬੀਨ ਵਰਡ ਦਾ ਇਸਤੇਮਾਲ ਕਰਾਂਗੇ ਤਾਂ ਆਪਾਂ ਇੰਟੈਰੋਗੇਟਿਵ ਬਣਾ ਲਵਾਂਗੇ। ਸਿੰਸ ਤੇ ਫॉर ਸੈਂਸ ਦੇ ਅਕੋਰਡਿੰਗ ਹੁੰਦਾ ਜਾਵੇਗਾ। ਇਸੇ ਤਰ੍ਹਾਂ ਫਿਊਚਰ ਟਾਈਮ ਰੈਫਰੈਂਸ ਵਿੱਚ ਕਿਹੜੇ ਕਿਹੜੇ ਸਾਨੂੰ ਹੈਲਪਿੰਗ ਵਰਬ ਦਿੱਤੇ ਗਏ ਨੇ।
ਵਿਲ ਜਾਂ ਸ਼ੈਲ ਜਿਹੜਾ ਹੈ ਇਹ ਦਿੱਤਾ ਗਿਆ, ਇਸ ਨੂੰ ਬਾਹਰ ਲੈ ਕੇ ਆਵਾਂਗੇ, ਵਰਬ ਦੀ ਪਹਿਲੀ ਫਾਰਮ ਹੋਏਗੀ। ਦੇਖੀਏ ਤਾਂ ਕੰਟੀਨਿਊਸ ਦੇ ਵਿੱਚ ਕੀ ਹੈ, ਉਹ ਵੀ ਵਿਲ ਸ਼ੈਲ ਬਾਹਰ ਲੱਗੇਗਾ, ਵੀ ਵਰਡ ਦਾ ਇਸਤੇਮਾਲ ਕੀਤਾ ਜਾਏਗਾ, ਫਿਰ ਵਰਬ ਦੀ ਫਸਟ ਫਾਰਮ ਆਈਐਨਜੀ ਲੱਗੇਗਾ। ਅੱਗੇ ਪਰਫੈਕਟ ਵਾਸਤੇ ਹੈਲਪਿੰਗ ਵਰਬ ਹੈਗਾ, ਵਿਲ ਲੱਗੇਗਾ, ਬਾਹਰ ਆਏਗਾ, ਸਬਜੈਕਟ ਲੱਗੇਗਾ, ਹੈਵ ਲੱਗੇਗਾ, ਸਬਜੈਕਟ ਲੱਗੇਗਾ, ਹੈਵ ਲੱਗੇਗਾ ਤੇ ਬੀਨ ਦਾ ਇਸਤੇਮਾਲ ਕੀਤਾ ਜਾਵੇਗਾ, ਫਿਰ ਸਾਡਾ ਉਹ ਇੰਟਰੋਗੇਟਿਵ ਬਣ ਜਾਏਗਾ। ਇਹ ਕੁਝ ਹੈਲਪਿੰਗ ਵਰਬ ਸਾਨੂੰ ਦਿੱਤੇ ਗਏ ਨੇ ਆਪਣੇ ਸੈਂਟੈਂਸ ਨੂੰ ਇੰਟਰੋਗੇਟਿਵ ਕਰਨ ਵਾਸਤੇ। ਸੋ ਅੱਗੇ ਦੇਖਦੇ ਹਾਂ ਕਿਹੜੇ ਕਿਹੜੇ ਵਾਕ ਜਿਹੜੇ ਹੈਗੇ ਨੇ ਆਪਾਂ ਕਹਿ ਸਕਦੇ ਆ ਉਹ ਇਸ ਕੈਟਾਗਰੀ ਵਿੱਚ ਆਉਂਦੇ ਨੇ ਕਿ ਆਪਾਂ ਪਤਾ ਕਰ ਸਕੀਏ ਕਿ ਪ੍ਰੈਜ਼ੈਂਟ ਟੈਂਸ ਦੇ ਨੇ, ਪਾਸਟ ਟੈਂਸ ਦੇ ਨੇ ਜਾਂ ਫਿਊਚਰ ਟਾਈਮ ਰੈਫਰੈਂਸ ਦੇ ਨੇ। ਸੋ ਇਹਦੇ ਵਾਸਤੇ ਸਾਡੇ ਕੋਲ ਜਿਹੜੇ ਸੀ ਕਈ ਮੋਟੇ ਤੌਰ ਤੇ ਪਛਾਣ ਕਰਨ ਦਾ ਇੱਕੋ ਤਰੀਕਾ ਹੁੰਦਾ ਹੈ, ਕੁਝ ਵਰਡ ਦਾ ਇਸਤੇਮਾਲ ਹੋਣਾ। ਜੇ ਪੰਜਾਬੀ ਵਿੱਚ ਵਾਕ ਦਿੱਤਾ ਗਿਆ ਹੈ ਜਿਵੇਂ ਉਹ ਜੋ ਸਿੰਪਲ ਦਾ ਇੰਡੈਫੀਨਿਟ, ਤਾਂ ਮੰਨੀਏ ਤਾਂ ਕੀ ਲੱਗਾ ਹੋਏਗਾ, ਦਾ, ਦੀ, ਦੇ ਵਰਗੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਕੀਤਾ ਹੋਵੇਗਾ। ਕੰਟੀਨਿਊਸ ਵਿੱਚ ਰਿਹਾ ਹੈ, ਰਹੇ ਹਨ ਵਰਗੇ ਸ਼ਬਦਾਂ ਦਾ ਇਸਤੇਮਾਲ ਹੋਵੇਗਾ। ਪਰਫੈਕਟ ਵਿੱਚ ਚੁੱਕਾ ਹੈ, ਚੁੱਕੇ ਹਨ ਵਰਗੇ ਸ਼ਬਦਾਂ ਦਾ ਇਸਤੇਮਾਲ ਹੋਵੇਗਾ। ਪਰਫੈਕਟ ਕੰਟੀਨਿਊਸ ਵਿੱਚ ਉਹ ਐਕਸ਼ਨ ਜਿਹੜਾ ਹੋ ਰਿਹਾ ਹੈ ਕੁਝ ਸਮੇਂ ਤੱਕ ਵਿੱਚ ਸੈਂਸ ਦੇ ਅਕੋਰਡਿੰਗ ਰੱਖ ਸਕਦੇ ਹਾਂ। ਪਾਸਟ ਟੈਂਸ ਜੇ ਆਪਾਂ ਵੇਖੀਏ ਤਾਂ ਇਹਨਾਂ ਵਿੱਚ ਸ਼ਬਦਾਂ ਦਾ ਇਸਤੇਮਾਲ ਹੋਏਗਾ, ਆ, ਈ, ਰੀ ਵਰਗੇ ਸ਼ਬਦਾਂ ਦਾ ਇਸਤੇਮਾਲ। ਐਗਜ਼ਾਮਪਲ ਦੇ ਤੌਰ ਤੇ ਉਹਨੇ ਮੈਨੂੰ ਆਵਾਜ਼ ਮਾਰੀ, ਠੀਕ ਹੈ, ਇਦਾਂ ਦਾ ਵਾਕ ਜਿਹੜਾ ਹੈਗਾ ਉਹ ਸਿੰਪਲ ਪਾਸਟ ਦੀ ਕੈਟੇਗਰੀ ਵਿੱਚ ਰੱਖਿਆ ਜਾ ਸਕਦਾ ਹੈ। ਕੰਟੀਨਿਊਸ ਦੇ ਵਿੱਚ ਰਿਹਾ ਸੀ, ਰਹੇ ਸਨ ਹੋਏਗਾ। ਪਰਫੈਕਟ ਵਿੱਚ ਚੁੱਕਾ ਸੀ, ਚੁੱਕੇ ਸਨ ਵਰਗੇ ਸ਼ਬਦਾਂ ਦਾ ਇਸਤੇਮਾਲ ਹੋਇਆ ਹੋਏਗਾ। ਤੇ ਪਰਫੈਕਟ ਕੰਟੀਨਿਊਸ ਵਿੱਚ ਕੁਝ ਸਮੇਂ ਤੋਂ ਜਿਹੜਾ ਐਕਸ਼ਨ ਹੋ ਰਿਹਾ ਸੀ ਜਾਂ ਹੋਇਆ ਸੀ ਉਸ ਨੂੰ ਦਰਸਾਉਂਦਾ ਹੋਇਆ ਵਾਕ ਸਾਡੇ ਸਾਹਮਣੇ ਹੋਵੇਗਾ, ਆਪਾਂ ਉਸ ਨੂੰ ਪਰਫੈਕਟ ਕੰਟੀਨਿਊਸ ਪਾਸਟ ਦਾ ਜਿਹੜਾ ਹੈਗਾ ਉਹ ਕੈਟੇਗਰੀ ਵਿੱਚ ਰੱਖ ਸਕਦੇ ਹਾਂ। ਇਸੇ ਤਰ੍ਹਾਂ ਟਾਈਮ ਰੈਫਰੈਂਸ ਦੀ ਗੱਲ ਕੀਤੀ ਜਾਵੇ, ਸਿੰਪਲ ਜਿਹੜਾ ਹੋਏਗਾ ਵਾਕ ਉਹ ਗਾ, ਗੀ, ਗੇ, ਗੀ ਵਰਗੇ ਸ਼ਬਦਾਂ ਦੇ ਇਸਤੇਮਾਲ ਨਾਲ ਬਣਿਆ ਹੋਏਗਾ। ਕੰਟੀਨਿਊਸ ਵਿੱਚ ਰਿਹਾ ਹੋਵੇਗਾ, ਰਹੇ ਹੋਣਗੇ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੋਵੇਗਾ। ਪਰਫੈਕਟ ਵਿੱਚ ਚੁੱਕੇ ਹੋਣਗੇ, ਚੁੱਕਾ ਹੋਵੇਗਾ, ਇਹਨਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਹੋਇਆ ਹੋਵੇਗਾ। ਤੇ ਪਰਫੈਕਟ ਕੰਟੀਨਿਊਸ ਵਿੱਚ ਕੁਝ ਸਮੇਂ ਲਈ ਐਕਸ਼ਨ ਹੋ ਰਿਹਾ ਹੋਵੇਗਾ, ਯਾਨੀ ਕਿ ਭਵਿੱਖ ਵਿੱਚ ਜਿਹੜਾ ਹੈਗਾ ਕਹਿ ਸਕਦੇ ਹੋ ਫਿਊਚਰ ਵਿੱਚ ਜਿਹੜਾ ਸਮਾਂ ਸਾਡਾ ਹੋਏਗਾ ਉੱਥੇ ਐਕਸ਼ਨ ਹੋ ਰਿਹਾ ਹੋਵੇਗਾ। ਇਦਾਂ ਦਾ ਵਾਕ ਦਰਸਾਉਣ ਵਾਸਤੇ ਆਪਾਂ ਉਸ ਨੂੰ ਫਿਊਚਰ ਪਰਫੈਕਟ ਕੰਟੀਨਿਊਸ ਜਾਂ ਫਿਊਚਰ ਟਾਈਮ ਰੈਫਰੈਂਸ ਵਿੱਚ ਪਰਫੈਕਟ ਕੰਟੀਨਿਊਸ ਵਿੱਚ ਰੱਖ ਸਕਦੇ ਹਾਂ। ਠੀਕ ਹੈ, ਆਓ ਹੁਣ ਕੁਝ ਵੇਖਦੇ ਹਾਂ ਕਿਹੜੇ ਵਾਕ ਹਨ ਜਿਹਨਾਂ ਦੀ ਆਪਾਂ ਮਦਦ ਨਾਲ ਐਗਜ਼ਾਮਪਲ ਨਾਲ ਸਮਝ ਸਕਦੇ ਹਾਂ ਕਿੱਦਾਂ ਉਸ ਨੂੰ ਇੱਕ ਵਾਕ ਨੂੰ ਦੂਸਰੀ ਕੈਟੇਗਰੀ ਵਿੱਚ ਲੈ ਕੇ ਜਾਣਾ ਹੈ। ਸਭ ਤੋਂ ਪਹਿਲਾਂ ਆਪਾਂ ਕੁਝ ਐਗਜ਼ਾਮਪਲ ਲੈ ਕੇ ਵੇਖੀਏ। ਪਹਿਲੀ ਐਗਜ਼ਾਮਪਲ ਹੈ ਉਹ ਗਾਉਂਦਾ ਹੈ, ਠੀਕ ਹੈ, ਤਾਂ ਗਾਉਂਦਾ ਹੈ ਆਪਾਂ ਵਰਬ ਵੇਖਿਆ, ਕਿਰਿਆ ਵੇਖੀ, ਦਾ ਇਸਤੇਮਾਲ ਹੋਇਆ ਹੈ। ਆਪਾਂ ਪਹਿਲਾਂ ਕਿਹਾ ਸੀ ਦਾ, ਦੀ, ਦੇ ਵਾਲੇ ਜਿਹੜੇ ਵਾਕਾਂ ਦਾ ਇਸਤੇਮਾਲ ਹੋਇਆ ਹੋਵੇਗਾ, ਸ਼ਬਦਾਂ ਦਾ ਇਸਤੇਮਾਲ ਹੋਇਆ ਹੋਵੇਗਾ, ਤਾਂ ਆਪਾਂ ਕਹਿ ਸਕਦੇ ਹਾਂ ਉਹ ਕਿਹੜੀ ਕੈਟੇਗਰੀ ਹੈਗੇ ਨੇ, ਸਿੰਪਲ ਪ੍ਰੈਜ਼ੈਂਟ ਦੇ ਜਾਂ ਪ੍ਰੈਜ਼ੈਂਟ ਇਨਡੈਫੀਨਿਟ ਦੇ, ਯਾਨੀ ਕਿ ਵਰਬ ਦੀ ਪਹਿਲੀ ਫਾਰਮ ਲੱਗੇਗੀ ਤੇ ਸੈਂਸ ਦੇ ਅਕੋਰਡਿੰਗ ਨਾਉਨ ਪ੍ਰੋਨਾਉਨ ਦੇ ਅਕੋਰਡਿੰਗ ਐਸ ਜਾਂ ਈਐਸ ਦੀ ਵਰਤੋਂ ਹੋਵੇਗੀ। ਤਾਂ ਕੀ ਵਾਕ ਬਣੇਗਾ, ਹੀ ਸਿੰਗਸ ਏ, ਕਿਹੜੇ ਕਿਹੜੇ ਹੈਗੇ ਨੇ, ਡਜ਼ ਹੀ ਸਿੰਗ ਏ ਸੌਂਗ, ਇਹ ਇੰਟਰੋਗੇਟਿਵ ਹੋ ਗਿਆ। ਤੇ ਜੇ ਇਸ ਨੂੰ ਨੈਗੇਟਿਵ ਵਿੱਚ ਲੈਣਾ ਹੈ, ਇੰਟਰੋਗੇਟਿਵ ਨੈਗੇਟਿਵ ਕਰਨਾ ਹੈ ਤਾਂ ਕੀ ਬਣੇਗਾ, ਡਜ਼ ਹੀ ਨਾਟ ਸਿੰਗ ਏ ਸੌਂਗ। ਜਦੋਂ ਆਪ ਹੀ, ਸ਼ੀ ਨਾਲ ਵਰਬ ਦੇ ਅੱਗੇ ਐਸ ਨਹੀਂ ਲੱਗੇਗਾ ਕਿਉਂਕਿ ਉਹ ਬਾਹਰ ਪਹਿਲਾਂ ਹੀ ਆ ਚੁੱਕਿਆ ਹੈ। ਦੂਜਾ ਵਾਕ ਵੇਖਦੇ ਹਾਂ, ਉਹ ਗਾਉਂਦਾ ਸੀ, ਇਹ ਵੀ ਦਾ ਦੀ ਹੈ, ਠੀਕ ਹੈ, ਪਰ ਸੀ ਦੇ ਪਿੱਛੇ ਆ ਰਹੀ ਹੈ ਗੱਲ, ਤਾਂ ਸੀ ਦੀ ਜੇ ਗੱਲ ਆਉਂਦੀ ਪਈ ਹੈ ਤੇ ਇਹਦਾ ਮਤਲਬ ਕੀ ਹੈ, ਸਿੰਪਲ ਪਾਸਟ ਦਾ ਹੈਗਾ ਹੈ ਤੇ ਸੈਕੰਡ ਫਾਰਮ ਆਫ ਦਾ ਵਰਬ ਲੱਗੇਗੀ, ਜਿੱਦਾਂ ਕਿ ਹੀ ਸੈਂਗ ਏ ਸੌਂਗ। ਕੁਐਸਚਨ ਬਣਾਇਆ, ਡਿਡ ਹੀ ਸਿੰਗ ਏ ਸੌਂਗ, ਤੇ ਇੰਟਰੋਗੇਟਿਵ ਨਾਲ ਨੈਗੇਟਿਵ ਵੀ ਬਣਾਇਆ ਤਾਂ ਕੀ ਬਣ ਗਿਆ, ਡਿਡ ਹੀ ਨਾਟ ਸਿੰਗ ਏ ਸੌਂਗ। ਤੇ ਡਿਡ ਵਰਗਾ ਇੰਟਰੋਗੇਟਿਵ ਲਾਉਣ ਵਾਸਤੇ ਆਪਾਂ ਹੈਲਪਿੰਗ ਵਰਬ ਬਾਹਰ ਲਿਆ ਤਾਂ ਵਰਬ ਦੀ ਸੈਕੰਡ ਫਾਰਮ ਨਹੀਂ ਲੱਗੇਗੀ, ਵਰਬ ਦੀ ਪਹਿਲੀ ਫਾਰਮ ਹੀ ਲੱਗੇਗੀ। ਠੀਕ ਹੈ, ਇਸ ਨੂੰ ਧਿਆਨ ਦੇਣਾ ਬੜਾ ਹੀ ਜ਼ਰੂਰੀ ਹੈ। ਅੱਗੇ ਅਸੀਂ ਵਾਕ ਨੂੰ ਅੱਗੇ ਲੈ ਕੇ ਜਾਂਦੇ ਹਾਂ, ਜਿਸ ਤਰ੍ਹਾਂ ਉਹ ਗਾਵੇਗਾ, ਇਹ ਚਲਾ ਗਿਆ ਫਿਊਚਰ ਟਾਈਮ ਰੈਫਰੈਂਸ ਦੀ ਸਿੰਪਲ ਕੈਟੇਗਰੀ ਦੇ ਵਿੱਚ। ਤਾਂ ਕੀ ਬਣਿਆ ਇਹਦਾ ਵਾਕ ਦਾ ਅੱਗੋਂ, ਹੀ ਵਿਲ ਸਿੰਗ ਏ ਸੌਂਗ। ਇੰਟਰੋਗੇਟਿਵ ਬਣਾਇਆ, ਵਿਲ ਹੀ ਸਿੰਗ ਏ ਸੌਂਗ। ਇਸੇ ਤਰ੍ਹਾਂ ਇੰਟਰੋਗੇਟਿਵ ਵਿੱਚ ਨੈਗੇਟਿਵ ਬਣਾਇਆ ਤਾਂ ਕੀ ਬਣਿਆ, ਵਿਲ ਹੀ ਨਾਟ ਸਿੰਗ ਏ ਸੌਂਗ। ਚੌਥਾ ਵੇਖੀਏ, ਉਹ ਗਾ ਰਿਹਾ ਹੈ, ਰਿਹਾ ਹੈ, ਰਹੇ ਹਨ, ਇਹ ਸ਼ਬਦਾਂ ਦਾ ਇਸਤੇਮਾਲ ਆਪਾਂ ਕੀਤਾ, ਪਿੱਛੇ ਦੇਖਿਆ। ਠੀਕ ਹੈ, ਇਹ ਸ਼ਬਦ ਜਿਸ ਵਾਕ ਵਿੱਚ ਲੱਗ ਰਹੇ ਨੇ ਦੱਸਦੇ ਨੇ ਇੱਕ ਕਿਸ ਨੂੰ ਡਿਨੋਟ ਕਰਦਾ ਹੈ, ਕੰਟੀਨਿਊਸ। ਜਿੱਦਾਂ ਇਹਦਾ ਕੀ ਬਣੇਗਾ, he is singing a song। ਇੰਟਰੋਗੇਟਿਵ is he singing a song, ਇੰਟਰੋਗੇਟਿਵ ਨੈਗੇਟਿਵ ਕੀ ਬਣੇਗਾ, is he not singing a song। ਅੱਗੇ ਆਈਏ, ਉਹ ਗਾ ਚੁੱਕਾ ਹੈ,
ਪਰਫੈਕਟ ਦਾ ਬਣ ਗਿਆ, ਹੈ ਲੱਗਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਇਹ ਕਿਹੜਾ ਹੈ, ਪ੍ਰੈਜ਼ੈਂਟ ਪਰਫੈਕਟ ਦਾ। ਤਾਂ ਕੀ ਇਸ ਦਾ ਬਣੇਗਾ, ਹੀ ਹੈਜ਼ ਸੰਗ ਏ Song, ਕਿਉਂਕਿ ਵਰਬ ਦੀ ਥਰਡ ਫਾਰਮ ਲੱਗਣੀ ਹੈ ਤਾਂ ਸਿੰਗ, ਸੈਂਗ, ਸੰਗ ਹੋ ਜਾਏਗਾ। ਇੰਟੈਰੋਗੇਟਿਵ ਬਣੇਗਾ, हैज़ ही संग ए Song। इंटैरोगेटिव नेगेटिव किस तरह बनेगा, हैज़ ही नॉट संग ए Song। अगला वाक वेखिए इसमें, वो गा चुका होवेगा, गा चुका ਤੇ ਨਾਲ ਪਰਫੈਕਟਨੈਸ ਵੀ ਦੱਸ ਰਿਹਾ ਹੈ। ਇਹਦਾ ਕੀ ਬਣੇਗਾ, ਹੀ ਵਿਲ ਹੈਵ ਸੰਗ ਏ Song। तो इंटैरोगेटिव किस तरह आएगा, विल ही हैव संग ए Song। और इंटैरोगेटिव नेगेटिव किस तरह आएगा, विल ही हैव नॉट संग ए Song। ਅੱਗੇ ਵਾਕ ਦੇਖੀਏ, ਉਹ 2015 ਤੋਂ ਗਾ ਰਿਹਾ ਹੈ, ਠੀਕ ਹੈ। ਇਸ ਤਰ੍ਹਾਂ ਦਾ ਵਾਕ ਜਿਹੜਾ ਹੈਗਾ ਹੈ ਆਪਾਂ ਵੇਖਣ ਪਰਫੈਕਟ ਕੰਟੀਨਿਊਸ ਦੀ ਕੈਟੇਗਰੀ ਵਿੱਚ ਆਉਂਦਾ ਹੈ ਲੱਗਾ ਹੈ, ਰਿਹਾ ਵੀ ਲੱਗਾ ਹੈ, ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੀ ਕੈਟੇਗਰੀ ਦਾ ਇਹ ਵਾਕ ਹੈ। ਇਹ ਕਿਸ ਤਰ੍ਹਾਂ ਚੇਂਜ ਹੋਏਗਾ, ਹੀ ਹੈਜ਼ ਬੀਨ ਸਿੰਗਿੰਗ ਏ Song 2015 ਤੋਂ, ਤਾਂ ਫਿਰ ਸਿੰਸ ਲੱਗ ਗਿਆ, ਕੁਛ ਸਮਾਂ ਜਿਹੜਾ ਹੈ ਨਿਸ਼ਚਿਤ ਹੈ, ਸਹੀ ਦੱਸਿਆ ਗਿਆ ਹੈ, ਆਪਾਂ ਉਸ ਨੂੰ ਸਿੰਸ ਲਗਾ ਦਿੱਤਾ। ਇੰਟੈਰੋਗੇਟਿਵ ਬਣਾਇਆ ਦਾ, has he been singing a song since 2015, ਜਾਂ 2015 ਆਪਾਂ ਕਹਿ ਸਕਦੇ ਹਾਂ ਉਸ ਸਮੇਂ ਤੋਂ। has he not been singing a song since 2015, ਇਹ ਇੰਟੈਰੋਗੇਟਿਵ ਨੈਗੇਟਿਵ ਵਾਕ ਬਣ ਗਿਆ। ਇੱਕ ਹੋਰ ਵਾਕ ਵੇਖ ਲੈਂਦੇ ਹਾਂ, ਉਹ 4 ਸਾਲਾਂ ਤੋਂ ਗੀਤ, ਉਸਨੇ 4 ਸਾਲਾਂ ਤੋਂ ਗੀਤ ਗਾਇਆ ਸੀ, ਠੀਕ ਹੈ, ਜਾਂ ਉਹ ਪਿਛਲੇ 4 ਸਾਲਾਂ ਤੋਂ ਗੀਤ ਗਾਇਆ ਸੀ। ਇੱਦਾਂ ਦਾ ਵਾਕ ਜਿਹੜਾ ਹੈਗਾ ਇਹ ਸਾਡੇ ਕੋਲ ਆ ਜਾਂਦਾ ਹੈ ਪਾਸਟ ਕੰਟੀਨਿਊਸ ਦੀ ਕੈਟੇਗਰੀ ਦਾ, ਜਿਸ ਤਰ੍ਹਾਂ ਹੈ ਪਾਸਟ ਪਰਫੈਕਟ ਕੰਟੀਨਿਊਸ, ਹੀ ਹੈਡ ਬੀਨ ਸਿੰਗਿੰਗ ਏ Song ਫॉर ਲਾਸਟ 4 years। ਪਿਛਲੇ 4 ਸਾਲਾਂ ਤੋਂ ਜਾਂ 4 ਸਾਲਾਂ ਤੋਂ ਕਿਹਾ ਗਿਆ, ਸਮਾਂ ਨਿਸ਼ਚਿਤ ਨਹੀਂ ਹੈਗਾ, ਤੇ ਫॉरवर्ड ਦਾ ਇਸਤੇਮਾਲ ਆਪਾਂ ਇੱਥੇ ਕਰ ਦਿੱਤਾ। ਇੰਟੈਰੋਗੇਟਿਵ ਬਣਾਇਆ, ਹੈਡ ਹੀ ਬੀਨ ਸਿੰਗਿੰਗ ਏ Song ਫॉर ਲਾਸਟ 4 years। ਇੰਟੈਰੋਗੇਟਿਵ ਨੈਗੇਟਿਵ ਬਣਾਇਆ, ਹੈਡ ਹੀ ਨॉट ਬੀਨ ਸਿੰਗਿੰਗ ਏ Song ਫॉर ਲਾਸਟ 4 years। ਸੋ ਮੋਟੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕੁਝ ਬਣਤਰ ਆਪਾਂ ਵਾਕਾਂ ਦੀ ਵੇਖੀ, ਉਹਨਾਂ ਨੂੰ ਆਪਣੀ ਭਾਸ਼ਾ ਵਿੱਚ ਕਿੱਦਾਂ ਅਸੀਂ ਡਿਵਾਈਡ ਕੀਤਾ ਹੈਗਾ ਉਹ ਵੇਖਿਆ, ਤੇ ਇੰਗਲਿਸ਼ ਦੇ ਰੂਲਸ ਅਪਲਾਈ ਕਰਕੇ ਉਸ ਟੈਂਸ ਦੀ ਕੈਟੇਗਰੀ ਵਿੱਚ ਪਾ ਕੇ ਆਪਾਂ ਰੂਲਸ ਨੂੰ ਅਪਲਾਈ ਕਰਕੇ ਕੁਝ ਸੈਂਟੈਂਸ ਵੀ ਬਣਾਏ। तो होप यह ਕੀਤੀ ਜਾਂਦੀ है कि ਤੁਸੀਂ ਸਮਝਿਆ ਹੋਏਗਾ ਟੈਂਸ ਨੂੰ ਕਾਫੀ ਹੱਦ ਤੱਕ। ਬਾਕੀ ਵਰਕਸ਼ੀਟ ਤੋਂ ਦੇਖते हैं ਕਿੰਨੀ ਕੁ ਸਮਝ ਆਈ ਹੈ। तो ਬਾਕੀ ਪ੍ਰੈਕਟਿਸ ਜਿੰਨੀ ਆਪਾਂ ਪ੍ਰੈਕਟਿਸ ਕਰ ਲਵਾਂਗੇ ਉਨਾ ਹੀ ਸਾਡਾ ਵਧੀਆ ਰਿਜ਼ਲਟ ਆ ਸਕਦਾ ਹੈ। ਥੈਂਕ ਯੂ।